ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਆਪਾਂ ਕਰ ਰਹੇ ਸੀਗੇ ਚੈਪਟਰ ਨਿਊਕਲੀਆਈ। ਸੋ ਨਿਊਕਲੀਅਰ ਚੈਪਟਰ ਦੇ ਵਿੱਚ ਫਿਲਹਾਲ ਆਪਣੇ 2 ਲੈਕਚਰਸ ਹੋਏ ਹਨ ਹੁਣ ਤੱਕ। ਸੋ ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਹਾਈਪੋਥੇਸਿਸ ਬਾਰੇ। ਸਭ ਤੋਂ ਪਹਿਲੇ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀ ਹਾਈਪੋਥੇਸਿਸ, ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਪ੍ਰੋਟੋਨ ਇਲੈਕਟ੍ਰੋਨ ਹਾਈਪੋਥੇਸਿਸ ਦੇ ਬਾਰੇ। ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀ ਹੈ ਦੇਖਿਆ ਕਿ ਉਹ ਹਾਈਪੋਥੇਸਿਸ ਨੂੰ ਡਿਸਕਾਰਡ ਕਰਕੇ ਇੱਕ ਨਵਾਂ ਹਾਈਪੋਥੇਸਿਸ ਦਿੱਤਾ ਗਿਆ after the discovery of neutrons। so ਉਹ hypothesis ਸੀ proton neutron hypothesis, ਜਿਹਦੇ accordingly ਇੱਕ atom ਦੇ nucleus ਦੇ ਵਿੱਚ ਕੀ present ਹੁੰਦਾ ਹੈ, protons and neutrons। so ਆਪਾਂ ਇਹ hypothesis ਨੂੰ ਸਟੱਡੀ ਕਰਨ ਤੋਂ ਬਾਅਦ ਆਪਾਂ ਦੇਖਿਆ ਕਿ atomic number ਨੂੰ, mass number ਨੂੰ ਆਪਾਂ ਕਿੱਦਾਂ define ਕਰ ਸਕਦੇ ਹਾਂ, then ਆਪਾਂ ਕਿੱਦਾਂ find out ਕਰ ਸਕਦੇ ਹਾਂ ਕਿ ਅਗਰ ਆਪਾਂ ਨੂੰ ਅਟੋਮਿਕ ਨੰਬਰ ਜਾਂ ਮਾਸ ਨੰਬਰ ਗਿਵਨ ਹੈ ਕਿਸੇ ਨਿਊਕਲੀਆਈਡ ਦਾ, ਦੈਨ ਆਪਾਂ ਦੱਸ ਸਕਦੇ ਹਾਂ ਕਿ ਉਹਦੇ 'ਚ ਕਿੰਨੇ ਪ੍ਰੋਟੋਨਸ ਹੋਣਗੇ, ਕਿੰਨੇ ਇਲੈਕਟ੍ਰੋਨਸ ਹੋਣਗੇ ਜਾਂ ਫਿਰ ਕਿੰਨੇ ਨਿਊਟਰੋਨਸ ਹੋਣਗੇ। ਦੈਨ ਆਪਾਂ ਗੱਲ ਕੀਤੀ ਸੀ ਅਬਾਊਟ ਸਾਈਜ਼, ਨਿਊਕਲੀਅਰ ਸਾਈਜ਼ ਆਪਾਂ ਦੇਖਿਆ, ਸੋ ਉਹਦਾ ਆਪਾਂ ਐਕਸਪ੍ਰੈਸ਼ਨ ਦੇਖਿਆ ਸੀ। ਉਸ ਤੋਂ ਬਾਅਦ ਆਪਾਂ ਡੈਂਸਿਟੀ ਦੀ ਵੀ ਗੱਲ ਕੀਤੀ, ਨਿਊਕਲੀਅਰ ਡੈਂਸਿਟੀ ਆਪਾਂ ਕੈਲਕੂਲੇਟ ਕੀਤੀ। ਦੈਨ ਆਪਾਂ ਦੇਖਿਆ ਕੁਝ ਟਰਮਸ ਸੀਗੀਆਂ, ਕੁਝ ਇੰਪੋਰਟੈਂਟ ਚੀਜ਼ਾਂ, ਜਿਵੇਂ ਕਿ ਆਈਸੋਟੋਪਸ, ਆਈਸੋਬਾਰਸ ਐਂਡ ਆਈਸੋਟੋਨਸ। ਸੋ ਸੁਣਨ ਵਿੱਚ ਸੇਮ ਜਿਹੀਆਂ ਲੱਗਦੀਆਂ ਹਨ ਬਟ ਡਿਫਰੈਂਟ ਹਨ। ਸੋ ਇਹ ਦੱਸ ਕੇ ਮੈਂ ਨਾਲ ਹੀ ਕੀ ਹਨ ਇਹਨਾਂ ਦੀ ਇੱਕ ਦੋ ਐਗਜ਼ਾਮਪਲਸ ਵੀ ਦੱਸੀਆਂ। ਔਰ ਲਾਸਟਲੀ ਆਪਾਂ ਗੱਲ ਕੀਤੀ ਸੀ ਅਬਾਊਟ ਦ ਆਇਨਸਟਾਈਨਸ ਇਕੁਏਸ਼ਨ, ਜਿਹੜੀ ਆਇਨਸਟਾਈਨ ਵੱਲੋਂ ਦਿੱਤੀ ਗਈ ਹੈ ਮਾਸ ਐਨਰਜੀ ਇਕੁਇਵੈਲੈਂਸ, ਜਿਹਦੇ ਅਕੋਰਡਿੰਗਲੀ ਐਨਰਜੀ ਇਜ਼ ਇਕੁਅਲ ਟੂ mc²। ਸੋ ਮਾਸ ਮਲਟੀਪਲਾਈ ਬਾय ਸਕੁਆਇਰ ਆਫ c ਕੀ ਹੈ, ਦੈਟ ਇਜ਼ ਸਪੀਡ ਆਫ ਲਾਈਟ ਇਨ ਵੈਕਿਊਮ। ਦੈਨ ਉਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਹਾਂ। ਨੈਕਸਟ ਜਿਹੜੀ ਅੱਜ ਦੀ ਆਪਣੀ ਡਿਸਕਸ਼ਨ ਹੈ ਉਹ ਸਟਾਰਟ ਹੋ ਰਹੀ ਹੈ ਵਿਦ ਦ ਟੌਪਿਕ ਨਿਊਕਲੀਅਰ ਬਾਈਂਡਿੰਗ ਐਨਰਜੀ। ਸੋ ਨਿਊਕਲੀਅਰ ਬਾਈਂਡਿੰਗ ਐਨਰਜੀ ਦੀ ਗੱਲ ਕਰਨ ਤੋਂ ਪਹਿਲੇ ਆਪਾਂ ਦੇਖੀਏ ਕਿ ਜੋ ਐਟਮ ਹੈ, ਐਟਮ ਦੇ ਵਿੱਚ ਇੱਕ ਨਿਊਕਲੀਅਸ ਹੈ। ਸੋ ਨਿਊਕਲੀਅਸ ਕੀ ਹੈ, ਸਟੇਬਲ ਹੈ, ਮਤਲਬ ਐਜ਼ ਸੱਚ ਕੀ ਹੈ ਉਹ ਡਿਸਰਪਟ ਨਹੀਂ ਹੁੰਦਾ, ਇੱਦਾਂ ਹੀ ਪਿਆ ਹੋਇਆ ਹੈ। ਸੋ ਸਟੇਬਲ ਚੀਜ਼ ਹੈ ਉਹ ਇੱਕ। ਉਹਦੇ ਵਿੱਚ ਕੀ ਪ੍ਰੈਜ਼ੈਂਟ ਹੈ, ਪ੍ਰੋਟੋਨਸ ਪ੍ਰੈਜ਼ੈਂਟ ਨੇ ਔਰ ਨਿਊਟਰੋਨਸ ਪ੍ਰੈਜ਼ੈਂਟ ਨੇ। ਸੋ ਜਿਹੜੇ ਉਹ ਪਾਰਟੀਕਲਸ ਵਿੱਚ ਪ੍ਰੈਜ਼ੈਂਟ ਨੇ ਉਹ ਐਜ਼ ਸੱਚ ਕਿੱਦਾਂ ਪ੍ਰੈਜ਼ੈਂਟ ਨੇ ਵਿੱਚ, ਬਿਕੋਜ਼ ਉਹਨਾਂ ਦੇ ਵਿਚਕਾਰ ਕੀ ਹੈ, ਕੁਝ ਇੰਟਰੈਕਟਿਵ ਫੋਰਸ ਐਗਜ਼ਿਸਟ ਕਰ ਰਹੀ ਹੈ। ਔਰ ਉਹ ਫੋਰਸ ਕਿੱਦਾਂ ਦੀ ਹੈ, ਦੈਟ ਇਜ਼ ਸ਼ਾਰਟ ਰੇਂਜ ਫੋਰਸ। ਸ਼ਾਰਟ ਰੇਂਜ ਮਤਲਬ ਥੋੜੀ ਡਿਸਟੈਂਸ ਤੱਕ ਹੀ ਐਕਟ ਕਰ ਰਹੀ ਹੈ, ਬਿਕੋਜ਼ ਆਪਾਂ ਨੂੰ ਪਤਾ ਹੈ ਕਿ ਨਿਊਕਲੀਅਸ ਬਹੁਤ ਛੋਟਾ ਹੈ ਔਰ ਉਹਦੇ ਅੰਦਰ ਹੀ ਕੀ ਹਨ, ਪ੍ਰੋਟੋਨਸ ਤੇ ਨਿਊਟਰੋਨਸ ਪਾਏ ਜਾਂਦੇ ਹਨ। ਸੋ ਥੋੜੇ ਜਿਹੇ ਡਿਸਟੈਂਸ ਤੱਕ ਹੀ ਕੀ ਹੈ, ਇੱਕ ਫੋਰਸ ਐਗਜ਼ਿਸਟ ਕਰ ਰਹੀ ਹੈ ਉਹਨਾਂ ਦੇ ਵਿਚਕਾਰ, ਬਿਕੋਜ਼ ਉਹ ਬਹੁਤ ਨੇੜੇ ਪਏ ਹਨ। ਸੋ ਉਸ ਇੰਟਰੈਕਟਿਵ ਫੋਰਸ ਨੂੰ ਆਪਾਂ ਕੀ ਨਾਮ ਦਿੰਦੇ ਹਾਂ, ਉਸ ਫੋਰਸ ਨੂੰ ਆਪਾਂ ਬੋਲਦੇ ਹਾਂ ਨਿਊਕਲੀਅਰ ਫੋਰਸ। ਸੋ ਨਿਊਕਲੀਅਰ ਫੋਰਸ ਦੇ ਕਰਕੇ ਹੀ ਕੀ ਜਿਹੜੇ ਪ੍ਰੋਟੋਨਸ ਤੇ ਨਿਊਟਰੋਨਸ ਨੇ ਇਕੱਠੇ ਨਿਊਕਲੀਅਸ ਦੇ ਵਿੱਚ ਪਾਏ ਜਾਂਦੇ ਹਨ ਜਾਂ ਫਿਰ ਐਗਜ਼ਿਸਟ ਕਰਦੇ ਹਨ। ਤੋ ਜਿਹੜੇ ਨਿਊਕਲੀਓਨਸ ਹਨ, ਨਿਊਕਲੀਓਨਸ ਮੈਂ ਕਿਹਨੂੰ ਬੋਲ ਰਹੀ ਹਾਂ, ਪ੍ਰੋਟੋਨਸ ਤੇ ਨਿਊਟਰੋਨਸ ਨੂੰ ਕਲੈਕਟਿਵਲੀ, ਮਤਲਬ ਉਹਨਾਂ ਨੂੰ ਨਿਊਕਲੀਓਨਸ ਬੋਲਿਆ ਜਾਂਦਾ ਹੈ ਬਿਕੋਜ਼ ਉਹ ਦੋਨੋਂ ਨਿਊਕਲੀਅਸ ਦੇ ਵਿੱਚ ਪਾਏ ਜਾਂਦੇ ਹਨ। ਸੋ ਨਿਊਕਲੀਓਨਸ ਨੂੰ ਨਿਊਕਲੀਅਸ ਤੋਂ ਬਾਹਰ ਕੱਢ ਕੇ, ਮਤਲਬ ਇੱਕ ਇਨਫਾਈਨਾਈਟ ਡਿਸਟੈਂਸ ਤੱਕ ਲਿਜਾਣ ਲਈ ਕੀ ਹੈ, ਕੁਝ ਕੰਮ ਕਰਨਾ ਪਏਗਾ ਜਾਂ ਫਿਰ ਕਹਿ ਲਓ ਕੁਝ ਵਰਕ ਡਨ ਕਰਨਾ ਪਏਗਾ। ਸੋ ਤਾਂ ਹੀ ਕੀ ਹੈ, ਜਿਹੜੇ ਅੰਦਰ ਨਿਊਕਲੀਓਨਸ ਪ੍ਰੈਜ਼ੈਂਟ ਨੇ ਉਹ ਨਿਊਕਲੀਅਸ ਤੋਂ ਅਲੱਗ ਹੋ ਕੇ ਕਾਫੀ ਦੂਰ ਜਾਣਗੇ ਔਰ ਇੰਨੀ ਡਿਸਟੈਂਸ ਤੱਕ ਚਲੇ ਜਾਣ ਤਾਂ ਕਿ ਉਹਨਾਂ 'ਚ ਜਿਹੜੀਆਂ ਫੋਰਸਿਸ ਹਨ, ਜਿਹੜੀਆਂ ਇੰਟਰੈਕਟਿਵ ਫੋਰਸਿਸ ਜਿਹਨੂੰ ਆਪਾਂ ਨਿਊਕਲੀਅਰ ਫੋਰਸਿਸ ਬੋਲ ਰਹੇ ਹਾਂ, ਉਹ ਡਿਮਿਨਿਸ਼ ਹੋ ਜਾਣ। ਮਤਲਬ ਇਸ ਤਰ੍ਹਾਂ ਆਪਾਂ ਨੂੰ ਕੁਝ ਵਰਕ ਡਨ ਕਰਨਾ ਪਏਗਾ ਟੂ ਓਵਰਕਮ ਦੈਟ ਇੰਟਰੈਕਟਿਵ ਫੋਰਸਿਸ। ਸੋ ਇੱਥੇ ਹੀ ਆਪਣਾ ਕੰਸੈਪਟ ਆਉਂਦਾ ਹੈ ਬਾਈਂਡਿੰਗ ਐਨਰਜੀ ਦਾ। ਮੀਨਸ ਕਿ ਹੁਣ ਜਿਹੜੇ ਉਹ ਅੰਦਰ ਪਾਰਟੀਕਲਸ ਪਏ ਹਨ, ਪ੍ਰੋਟੋਨ ਤੇ ਨਿਊਟਰੋਨ, ਸੋ ਉਹ ਆਪਸ ਦੇ ਵਿੱਚ ਕੀ ਹਨ, ਬਾਉਂਡ ਹਨ, ਜੁੜੇ ਹੋਏ ਹਨ, ਦੇ ਆਰ ਬਾਉਂਡ ਟੂ ਦ ਨਿਊਕਲੀਅਸ। ਸੋ ਉਹਨਾਂ ਨੂੰ ਇੱਕ એનર્ਜੀ ਉੱਥੇ ਜੋੜ ਕੇ ਰੱਖ ਰਹੀ ਹੈ, ਬਾਉਂਡ ਕਰਕੇ ਰੱਖ ਰਹੀ ਹੈ। ਉਸੇ એનર્ਜੀ ਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਦ ਬਾਈਂਡਿੰਗ ਐਨਰਜੀ। ਮਤਲਬ ਉਸ એનર્ਜੀ ਨੂੰ ਓਵਰਕਮ ਕਰਕੇ ਹੀ ਆਪਾਂ ਵਿੱਚੋਂ ਦੀ ਨਿਊਕਲੀਅਸ ਨੂੰ ਬਾਹਰ ਕੱਢ ਕੇ ਬਹੁਤ ਇਨਫਾਈਨਾਈਟ ਡਿਸਟੈਂਸ, ਮਤਲਬ ਬਹੁਤ ਦੂਰ ਡਿਸਟੈਂਸ ਤੱਕ ਲੈ ਕੇ ਜਾ ਸਕਦੇ ਹਾਂ, ਤਾਂ ਕਿ ਉੱਥੇ ਜਾ ਕੇ ਜਿਹੜੀ ਇੰਟਰੈਕਸ਼ਨ ਹੈ ਉਹਨਾਂ ਦੀ ਆਪਸ ਦੇ ਵਿੱਚ ਉਹ ਕੀ ਹੋ ਜਾਏ, ਜ਼ੀਰੋ ਹੋ ਜਾਵੇ ਜਾਂ ਫਿਰ ਖਤਮ ਹੋ ਸਕੇ। ਹੁਣ ਦੈਨ ਆਪਾਂ ਡਿਫਾਈਨ ਕਰੀਏ, ਬਿਕੋਜ਼ ਹੁਣ ਨਿਊਕਲੀਅਰ ਮੀਨਸ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ, ਬਾਈਂਡਿੰਗ ਐਨਰਜੀ ਮੀਨਸ ਜਿਹੜੀ ਬਾਈਂਡ ਕਰਕੇ ਰੱਖ ਰਹੀ ਹੈ ਜਾਂ ਬਾਉਂਡ ਕਰਕੇ ਰੱਖ ਰਹੀ ਹੈ ਨਿਊਕਲੀਓਨਸ ਨੂੰ ਨਿਊਕਲੀਅਸ ਦੇ ਵਿੱਚ। ਦੈਨ ਆਪਾਂ ਇਹਨੂੰ ਡਿਫਾਈਨ ਕਰਾਂਗੇ ਹੁਣ, ਵਾਟ ਇਜ਼ ਨਿਊਕਲੀਅਰ ਬਾਈਂਡਿੰਗ ਐਨਰਜੀ। ਸੋ ਨਿਊਕਲੀਅਰ ਬਾਈਂਡਿੰਗ ਐਨਰਜੀ, it is the energy due to which the nucleons are bound inside the nucleus. It is measured as
the work required to be done to take the nucleons infinite distance apart from the nucleus so that the interaction between them becomes zero. ओके सो मैं डिफाइन किया है न्यूक्लियर बाइंडिंग एनर्जी ਨੂੰ सो फर्स्ट लाइन इज इट इज द एनर्जी जो कि मैं ਹੁਣੀ ਦੱਸਿਆ ਕਿ ਕਿਹੜੀ એનર્ਜੀ ਹੈ ਜਿਸ એનર્ਜੀ ਕਰਕੇ ਕੀ ਹੈ ਜਿਹੜੇ ਨਿਊਕਲੀਓਨਸ ਹਨ ਮਤਲਬ ਕਿ ਪ੍ਰੋਟੋਨਸ ਤੇ ਨਿਊਟਰੋਨਸ ਉਹ ਕੀ ਹਨ ਬਾਉਂਡ ਹਨ ਟੂ ਦ ਨਿਊਕਲੀਅਸ ਸੋ ਇਟ ਇਜ਼ ਦ એનર્ਜੀ ਡਿਊ ਟੂ ਵਿਚ ਦ ਨਿਊਕਲੀਓਨਸ ਆਰ ਬਾਉਂਡ ਇਨਸਾਈਡ ਦ ਨਿਊਕਲੀਅਸ ਵੈਰੀ ਸਿੰਪਲ ਔਰ ਆਪਾਂ ਨੂੰ ਮੇਜਰ ਕਿੱਦਾਂ ਕਰ ਸਕਦੇ ਹਾਂ ਮਤਲਬ ਇਹਦੀ ਵੈਲਿਊ ਕਿੱਦਾਂ ਦੱਸਾਂਗੇ ਕਿ ਕਿੰਨੀ ਬਾइंडिंग એનર્ਜੀ ਸੋ ਇਟ ਇਜ਼ ਮੈਜ਼ਰਡ ਐਜ਼ ਮਤਲਬ ਕੀ ਕੈਲਕੂਲੇਟ ਕਰਨਾ ਪਏਗਾ that work required to be done to take the nucleons मतलब कितना काम करना पएगा ਆਪਾਂ ਨੂੰ ਜਿਹੜੇ ਨਿਊਕਲੀਅਸ ਨਿਊਕਲੀਓਨਸ ਪ੍ਰੈਜ਼ੈਂਟ ਨੇ ਉਹਨਾਂ ਨੂੰ ਨਿਊਕਲੀਅਸ ਤੋਂ ਇਨਫਾਈਨਾਈਟ ਡਿਸਟੈਂਸ ਤੱਕ ਲੈ ਕੇ ਜਾਣ ਦੇ ਲਈ such that ਉਸ ਡਿਸਟੈਂਸ ਤੱਕ ਜਾ ਕੇ ਜਿਹੜੀ ਉਹਨਾਂ 'ਚ ਇੰਟਰੈਕਸ਼ਨ ਸੀ ਪਹਿਲੇ ਉਹ ਕੀ ਹੋ ਜਾਵੇ ਜ਼ੀਰੋ ਹੋ ਜਾਵੇ ਸੋ ਇਹਨੂੰ ਆਪਾਂ ਮੇਜਰ ਕਿੱਦਾਂ ਕਰਾਂਗੇ ਜਾਂ ਇਹਦੀ ਵੈਲਿਊ ਕਿੱਦਾਂ ਦੱਸਾਂਗੇ ਬਾਈ ਦ ਅਮਾਊਂਟ ਆਫ ਵਰਕ ਡਨ ਜਾਂ ਫਿਰ ਕਿੰਨਾ ਵਰਕ ਰਿਕੁਆਇਰਡ ਹੈ to carry those nucleons to the infinite distance ताकि ਜਿਹੜੀ interaction ਹੈ ਉਹ ਕੀ ਹੋ ਜਾਵੇ interactive forces they become zero so ਇਹ ਹੈ ਆਪਣੀ definition the nuclear binding energy so ਅਗਰ ਆਪਾਂ origin ਦੀ ਗੱਲ ਕਰੀਏ ਕਿ origin ਮਤਲਬ ਕਿੱਥੋਂ ਪੈਦਾ ਹੋਈ ਹੈ ਕੀ origin ਹੈ ਇਹਦਾ so ਇਹਨੂੰ ਆਪਾਂ explain ਕਰ ਸਕਦੇ ਹਾਂ upon the basis of Einstein's theory so Einstein because ਪਿਛਲੇ lecture 'ਚ ਮੈਂ ਉਹਦੀ ਗੱਲ ਕਰਕੇ ਗਈ ਸੀ ਕਿ Einstein ਦੇ accordingly ਆਪਾਂ ਕੀ ਲਿਖਦੇ ਹਾਂ that E is equal to mc square that is energy and mass they are interconvertible so particle physics ਚ ਆਪਾਂ ਇਹ ਲੈਂਦੇ ਹਾਂ that energy and mass ਉਹ ਦੋਨੋਂ ਕੀ ਹਨ interconvertible some part of mass ਉਹ ਕੀ ਹੈ ਉਹਦੀ ਜਗ੍ਹਾ ਤੇ some amount of energy may be created ਜਾਂ ਫਿਰ ਕੁਝ amount of energy ਦੀ ਜਗ੍ਹਾ ਕੀ ਹੈ mass ਵੀ create ਹੋ ਸਕਦਾ ਹੈ according to this equation so E is equal to mc square ਜਿਹਨੂੰ ਆਪਾਂ ਕੀ ਬੋਲਦੇ ਹਾਂ mass and energy equivalence ਹੁਣ generally ਇਹ ਪਾਇਆ ਜਾਂਦਾ ਹੈ ਕਿ ਜੋ ਨਿਊਕਲੀਅਸ ਹੈ ਉਹਦਾ ਜਿਹੜਾ rest mass ਹੈ ਨਿਊਕਲੀਅਸ ਦਾ ਰੈਸਟ ਮਾਸ ਕੀ ਹੈ ਜਨਰਲੀ ਥੋੜਾ ਜਿਹਾ ਘੱਟ ਹੁੰਦਾ ਹੈ ਕਿਹਦੇ ਤੋਂ then the sum of masses of protons and neutrons so ਮੈਂ ਇੱਥੇ ਲਿਖ ਕੇ ਦੱਸਾਂ that rest mass of nucleus is less ਥੋੜਾ ਜਿਹਾ less ਹੁੰਦਾ ਹੈ than the sum of masses of neutron and proton so rest mass of nucleus is little bit less than the sum of masses of free neutrons and protons मतलब ਆਪਣੇ ਕੋਲ ਪਹਿਲੇ free neutrons ਤੇ protons ਸੀ ਸੇ ਉਹਨਾਂ ਦਾ rest mass ਕੁਝ ਹੋਏਗਾ ਉਹਨਾਂ ਨੂੰ ਆਪਾਂ ਐਡ ਅਪ ਕਰ ਲਈਏ ਉਹ ਚੀਜ਼ ਮੈਂ ਇੱਥੇ ਲਿਖੀ ਹੈ ਸੋ ਜਦੋਂ ਕੰਬਾਈਨ ਹੋ ਕੇ ਨਿਊਕਲੀਅਸ ਦੀ ਫਾਰਮੇਸ਼ਨ ਹੋਈ ਦੈਨ ਜਿਹੜਾ ਨਿਊਕਲੀਅਸ ਹੋਣਾ ਚਾਹੀਦਾ ਸੀ ਉਹਦਾ ਮਾਸ ਵੀ ਕੀ ਹੋਣਾ ਚਾਹੀਦਾ ਸੀ ਐਗਜ਼ੈਕਟਲੀ ਇਕੁਅਲ ਬਿਕੋਜ਼ ਇਹੀ ਦੋਨੋਂ ਚੀਜ਼ਾਂ ਕੰਬਾਈਨ ਕਰਕੇ ਕੀ ਬਣਾ ਰਹੀਆਂ ਹਨ ਨਿਊਕਲੀਅਸ ਬਣਾ ਰਹੀਆਂ ਹਨ ਬਟ ਇਟ ਇਜ਼ ਫਾਊਂਡ ਦੈਟ ਕਿ ਜਦੋਂ ਨਿਊਕਲੀਅਸ ਦੀ ਫਾਰਮੇਸ਼ਨ ਹੁੰਦੀ ਹੈ ਦੈਨ ਮਾਸ ਆਫ ਨਿਊਕਲੀਅਸ ਕੀ ਹੁੰਦਾ ਹੈ ਇਕੁਅਲ ਨਹੀਂ ਆਉਂਦਾ that is less than the sum of masses of neutron and proton so ਇਹਦਾ ਕੀ ਮਤਲਬ ਹੈ ਕਿ during the formation of nucleus ਕੁਝ mass ਹੈ some amount of mass ਉਹ convert ਹੋ ਰਿਹਾ ਹੈ into some energy because ਇੱਥੇ ਕੀ ਹੈ ਜਦੋਂ formation ਹੋਈ nucleus ਦੀ ਹੁਣ ਜਿਹੜਾ mass ਆਪਣੇ ਕੋਲ exactly ਆਉਣਾ ਚਾਹੀਦਾ ਸੀ equal to the sum of masses of neutron and proton ਉਹਨਾਂ ਨਹੀਂ ਆ ਰਿਹਾ so ਕੁਝ mass ਕੀ ਹੈ missing ਹੈ so ਉਹ ਜਿਹੜਾ mass missing ਹੈ that is responsible for the binding energy so ਜਿਹੜਾ mass ਆਪਣਾ ਹੈ ਦਾ difference ਉਸ difference ਨੂੰ ਆਪਾਂ ਇੱਕ ਨਾਮ ਦਿੱਤਾ ਹੈ that is called mass defect so ਬਹੁਤ important term ਹੈ mass defect so mass defect simply ਕੀ ਹੈ ਜਿਹੜਾ ਆਪਣੇ ਕੋਲ difference ਆ ਰਿਹਾ ਹੈ ਮਤਲਬ ਆਪਾਂ ਕੀ rest masses ਲਈ ਨਿਊਟਰੋਨ ਦਾ ਔਰ ਪ੍ਰੋਟੋਨ ਦਾ ਉਹਨਾਂ ਦਾ ਸਮ ਕੀਤਾ so neutron और proton combine करके nucleus बना रहे हैं but after the formation of nucleus ਦਾ ਜਿਹੜਾ mass ਆ ਰਿਹਾ ਹੈ that is little bit less मतलब ਇਹਨਾਂ ਦੇ masses ਦੇ ਵਿੱਚ ਕੀ ਹੈ कुछ एक डिफरेंस है सो ਆਪਾਂ ਕਹਿ ਲਈਏ ਜੋ ਲੈਫਟ ਸਾਈਡ ਤੇ ਮੈਂ ਲਿਖਿਆ ਹੈ ਔਰ ਜੋ ਰਾਈਟ ਸਾਈਡ ਦੇ ਉੱਪਰ ਮੇਰੇ ਕੋਲ ਵੈਲਿਊ ਆਏਗੀ ਇਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੈ that difference is called mass defect
और origin अगर ਆਪਾਂ ਨੂੰ ਇਹ ਪੁੱਛ ਲਿਆ ਜਾਵੇ ਕਿ what is the origin for the nuclear binding energy, then ਆਪਾਂ ਉਹਦਾ origin ਇਹੀ ਦਵਾਂਗੇ that ਜਿਹੜਾ mass defect arise ਹੋ ਰਿਹਾ ਹੈ during the formation of nucleus, ਉਹੀ mass defect responsible ਹੈ for the binding energy of the nucleus. ਸੋ ਇਹ ਆਪਣੀ ਸੀ ਥੋੜੀ ਡਿਸਕਸ਼ਨ ਆਪਣਾ ਥਿਊਰੀ ਪਾਰਟ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਐਕਸਪ੍ਰੈਸ਼ਨ ਦੇਖਦੇ ਹਾਂ ਕਿ ਆਪਾਂ ਬਾਈਂਡਿੰਗ એનર્ਜੀ ਦਾ ਐਕਸਪ੍ਰੈਸ਼ਨ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਸੋ ਚਲੋ ਸਟਾਰਟ ਕਰੀਏ। ਸੋ ਨੈਕਸਟ ਆਪਾਂ ਹੁਣ ਸਟਾਰਟ ਕਰਨ ਜਾ ਰਹੇ ਹਾਂ ਐਕਸਪ੍ਰੈਸ਼ਨ ਫॉर ਨਿਊਕਲੀਅਰ ਬਾਈਂਡਿੰਗ એનર્ਜੀ ਜਾਂ ਸਿੰਪਲੀ ਬਾਈਂਡਿੰਗ એનર્ਜੀ। ਸੋ ਇਹਦੇ ਲਈ ਆਪਾਂ ਇੱਕ ਨਿਊਕਲੀਆਈਡ ਕੰਸੀਡਰ ਕਰੀਏ। ਸੋ ਲੈਟ ਅਸ ਸਪੋਜ਼ ਇਹਦਾ ਸਿੰਬਲ ਡਰਾ ਕਰ ਰਹੀ ਹਾਂ ਮੈਂ ਵਿਦ ਮਾਸ ਨੰਬਰ A, एटॉमिक नंबर Z। सो Z का की मतलब है दैट इज एटॉमिक नंबर और ਆਪਾਂ ਨੂੰ ਦੱਸ ਕੀ ਰਿਹਾ ਹੈ अबाउट नंबर ऑफ प्रोटॉन्स, नंबर ऑफ प्रोटॉन्स प्रेजेंट इनसाइड द न्यूक्लियस। देन कैपिटल A दैट इज मास नंबर। सो ਤੁਹਾਨੂੰ ਹੁਣ ਯਾਦ ਹੋ ਚੁੱਕਾ ਹੋਵੇਗਾ दैट इज मास नंबर एंड दैट टेल्स अस ਇਹਦੇ ਬਾਰੇ मतलब ਇਹ ਆਪਾਂ ਨੂੰ ਕੀ ਇਨਫੋਰਮੇਸ਼ਨ ਦਿੰਦਾ ਹੈ सम ऑफ प्रोटॉन्स, sum of number of protons and neutrons, sum of protons and neutrons। then ਆਪਾਂ suppose ਕਰ ਲਈਏ ਇਹਨਾਂ ਦੇ masses ਨੂੰ। so mass ਮੈਂ ਲਿਖ ਰਹੀ ਹਾਂ small m ਦੇ ਨਾਲ, mass of proton ਮੈਂ ਲਿਖਿਆ ਹੈ mp, mass of neutron ਆਪਾਂ ਲੈ ਲਈਏ mn और एक ਆਪਾਂ ਕੰਸੀਡਰ ਕਰੀਏ ਪੂਰੇ ਨਿਊਕਲੀਅਸ ਦਾ। ਜੋ ਮੈਂ ਨਿਊਕਲੀਅਸ ਸ਼ੋ ਕੀਤਾ ਹੈ ਇਹਦਾ ਮਾਸ that is m, ਇੱਥੇ ਮੈਂ ਕੈਪੀਟਲ N ਯੂਜ਼ ਕੀਤਾ ਹੈ for the mass of nucleus, mass of neutron and mass of proton। then अगर आप mass defect कैलकुलेट करना होवे, mass defect, so I'm writing mass defect। so मैं हुणी डिफाइन किया सी mass defect की है that is difference in the masses। केड़े दो masses, एक तो अपने कोल sum of masses होंगे प्रोटॉन ते न्यूट्रॉन दे और दूसरी साइड जिदे नाल डिफरेंस लेना है वो की है mass of the nucleus। so मैं लिखन जा रही हूँ mass defect is, सबसे पहला मैं लिखांगी mass of proton। so अपने कोल कितने प्रोटॉन्स हैं Z, एक का मास कितना है mp। सो सारे का मास कितना हो जाएगा Z मल्टीप्लाई बाय mp। सो एक का मास पता सी, आपां नूं नंबर भी पता सी किन्ने प्रोटॉन्स ने, दोनों नूं मल्टीप्लाई किया टोटल मास। देन ऐड करांगे ਇਹਦੇ ਵਿੱਚ ਆਪਾਂ दूसरा मास ਕਿਹੜਾ न्यूट्रॉन्स ਦਾ। देन अपने को नंबर ऑफ न्यूट्रॉन्स कितना कैलकुलेट करांगे बिकॉज A इज सम ऑफ प्रोटॉन्स एंड न्यूट्रॉन्स। ਇਹਦੇ ਵਿੱਚੋਂ ਅਗਰ ਆਪਾਂ प्रोटॉन्स माइनस कर दईए अपने को न्यूट्रॉन्स आ जाएंगे। सो ਆਪਾਂ ਕੀ ਕਰਾਂਗੇ A माइनस Z, इत्थों दी अपने कोल की आ जाएंगे नंबर ऑफ न्यूट्रॉन्स। सो इत्थे आ जाएगा A माइनस Z नंबर ऑफ न्यूट्रॉन्स इनटू मास ऑफ वन न्यूट्रॉन। सो ये एक्सप्रेशन बन गया। हुण मास डिफेक्ट है, सो ਇਹਦੇ ਵਿੱਚੋਂ ਆਪਾਂ ਕਿਹਨੂੰ ਮਾਈਨਸ ਕਰਨ ਜਾ ਰਹੇ ਹਾਂ मास ऑफ न्यूक्लियस। सो माइनस मास ऑफ न्यूक्लियस, सो ਉਹਦੇ ਲਈ कैपिटल N। सो मास डिफेक्ट ਆਪਾਂ कैलकुलेट कर लिया। नाउ अकॉर्डिंग टू आइंस्टाइन ਜਿਹੜਾ मास एनर्जी इक्विवेलेंस ਆਪਾਂ पढ़िया ਉਹਦੇ ਅਕੋਰਡਿੰਗਲੀ ਆਪਾਂ ਲਿਖ ਸਕਦੇ ਹਾਂ दैट बाइंडिंग एनर्जी, बिकॉज ਹੁਣੀ मैं बोलिया कि बाइंडिंग एनर्जी ਦਾ जो ओरिजिन है कित्थों आ रहा है, की ओरिजिन है ਉਹਦਾ दैट इज द मास डिफेक्ट अराइजिंग बिटवीन मास डिफेक्ट अराइजिंग हेयर। सो बाइंडिंग एनर्जी इज मास डिफेक्ट इनटू c स्क्वायर। सो मास डिफेक्ट ਨੂੰ अगर ਆਪਾਂ डेल्टा m ਨਾਲ लिखिए, सो मान लो दिस इक्वेशन इज डेल्टा m, सो मास डिफेक्ट, सो A बन जाएगा डेल्टा m इंटू c स्क्वायर। सो आप नेक्स्ट इक्वेशंस की करांगे, वैल्यू पुट करांगे। सो z mp प्लस A माइनस z mn माइनस m कैपिटल N नाल की आएगा c दा स्क्वायर। सो इन्हों आप थोड़ा लंबा एक्सप्रेशन जाएगा, हाफ च डिवाइड करके करिए। सो इस तो बाद नेक्स्ट स्टेप जो अपना आएगा, सो मैं इत्थे करन जा रही हाँ बाइंडिंग एनर्जी। सो बाइंडिंग एनर्जी के लिए मैं कैपिटल B यूज कर रही हाँ, B इज इक्वल टू, हुण अपने कोल की हैं A टर्म्स हैं। नेक्स्ट टाइम मैं की कर रही हाँ, ये मैं ऐड ते सबट्रैक्ट करन जा रही हाँ की चीज़ दैट इज Z टाइम्स द मास ऑफ इलेक्ट्रॉन। बिकॉज आप पूरे एटम के मास की भी गल करनी चाह रहे हैं ये हुण एटम का मास वो की होएगा, एक न्यूक्लियस के मास की भी गल कर रहे हैं और ਜਿਹੜੇ आस-पास इलैक्ट्रॉन्स प्रेजेंट ने उन्हां दी भी गल करनी जरूरी है। सो अपने कोल की होणगे जिन्ने प्रोटॉन्स उन्ने ही इलैक्ट्रॉन्स और ये की है मास ऑफ वन इलैक्ट्रॉन। सो ये सारी चीज़ की है दैट इज द मास ऑफ द टोटल इलैक्ट्रॉन्स जिन्ने प्रेजेंट हैं इस एटम के विच। सो इन्हों मैं ऐड भी कर रही हाँ तो सबट्रैक्ट भी कर रही हाँ बिकॉज एज सच ये इक्वेशन कोई फर्क नहीं पेगा। सो ऐड सबट्रैक्ट करन ते अपने कोल ये चीज़ बनेगी ZMP प्लस A माइनस ZMN
माइनस mn ये सारी चीज़ एज सच विच ऐड कीता ZME ते सबट्रैक्ट कीता ZME इंटू सी स्क्वायर। हुण थोड़ी जी रीअरेंजमेंट करांगे। सो रीअरेंजमेंट करते हुए आप मैंने लिख सकते हाँ B इज इक्वल टू, सो ZMP Z कॉमन लिया, सो फर्स्ट टर्म और आ वाली टर्म अंदर की आएगा MP प्लस ME। सो इन्हां दोनों नूं मैं कंबाइन कीता, विच वाली टर्म एज सच रख रही हाँ। देन हुण बाकी अपने कोल ये दो टर्म्स बचियां, इन्हां दोनों चों मैं माइनस कॉमन लिया और अंदर अपने कोल आया मास ऑफ न्यूक्लियस प्लस Z टाइम द मास ऑफ इलेक्ट्रॉन और पूरी ब्रैकेट दे बाहर की है C दा स्क्वायर। तो जस्ट टर्म्स अगे पीछे कीतियां हन, होर कुछ नहीं। B इज इक्वल टू हुण ये की है मास ऑफ 1 प्रोटॉन एंड मास ऑफ 1 इलेक्ट्रॉन। सो आप इहदी जगह ते लिख सकते हैं मास ऑफ हाइड्रोजन एटम, बिकॉज हाइड्रोजन एटम दे विच भी की है एक प्रोटॉन प्रेजेंट है और इलेक्ट्रॉन प्रेजेंट है। सो दिस कैन बी रिटन एज Z टाइम्स द मास ऑफ हाइड्रोजन एटम प्लस A माइनस Z। सो इनू भी अगर खोलना चाहिए सो खोलन ते आपने कोल A वाली टर्म्स बननगियां। देन Mn की है मास ऑफ न्यूक्लियस, Z टाइम्स द मास ऑफ इलेक्ट्रॉन्स, ਇਹਦੇ ਨਾਲ ਆਪਣੇ ਕੋਲ ਕੀ ਆ ਜਾਏਗਾ द टोटल मास ऑफ एटम, बिकॉज न्यूक्लियस ਦੇ ਮਾਸ ਦੀ ਵੀ ਗੱਲ ਹੋ ਗਈ, ਇਲੈਕਟ੍ਰॉन्स ਦੇ ਮਾਸ ਦੀ ਵੀ ਗੱਲ ਹੋ ਗਈ। देन ਆਪਾਂ ਇੱਥੇ ਕੀ ਲਿਖਾਂਗੇ ਮਾਈਨਸ ਸਾਈਨ मास ऑफ एटम। सो ਉਹਨੂੰ ਮੈਂ ਇੱਥੇ कैपिटल M ਦੇ ਨਾਲ ਸ਼ੋ ਕਰ ਰਹੀ ਹਾਂ, मास ऑफ एटम और ब्रैकेट ਦੇ ਬਾਹਰ C स्क्वायर। सो अपने को फिर तो की हैं चार टर्म्स आ गई हैं। नैक्सटली मैं लिख रही हाँ B इज इक्वल टू AMN। हुण दोनों दे विच ZC मैं कॉमन लै रही हाँ बाहर, माइनस Z अंदर आएगा MN। हुण बिकॉज A माइनस बाहर आ गया, इत्थे पॉजिटिव साइन सी, इहदी जगह ते अंदर की आएगा हुण नेगेटिव साइन MH और लास्ट एक टर्म बची दैट इज कैपिटल M अगेन C स्क्वायर। हुण एक स्टेप मैं होर करन जा रही हाँ, आपां की करांगे A दे नाल दोनों साइड डिवाइड, कैपिटल A दैट इज द मास नंबर। अपने कोल की चीज बन जाएगी B ओवर A इज इक्वल टू, सो इत्थे जद आपां A दे नाल सारी इक्वेशन नूं डिवाइड करांगे, फर्स्ट टर्म दे विच A ऑलरेडी है, A दे नाल A कैंसल हो जाएगा, इत्थे बन जाएगा Z ओवर A MN माइनस MH और लास्ट दे विच भी M ओवर A इनटू C स्क्वायर। सो ये अपने को एक्सप्रेशन आ गया। इस तो बाद अगे चलिए आपां नेक्स्ट स्टेप आपां होर की करन जा रहे हैं, एक इंपॉर्टेंट स्टेप है, ਉਹਦੇ ਵਿੱਚ ਆਪਾਂ ਕੀ ਕਰਾਂਗੇ +1 एंड -1। सो ਉਹਨੂੰ पता लग जाएगा कि ਆਪਾਂ +1 -1 क्यों कर रहे हैं, बिकॉज उतो ही अपने को इत्थे एक इंपॉर्टेंट टर्म बनेगी और ਉਹਨੂੰ ਆਪਾਂ अलग तो डिफाइन भी करांगे। सो इस एक्सप्रेशन तो बाद अपने को आ गया B ओवर A। सो हुण मैं ब्रैकेट दे विच की करांगी +1 एंड -1। सो MN फर्स्ट टर्म एज सच लिखी, एक प्लस ऐड करना है एक सबट्रैक्ट करना है। सो सबट्रैक्शन वाला मैं इत्थे लिख रही हाँ MN दे नाल, देन आ अगली टर्म सेम उदा ही लिखांगी। सो मान लो ये पहली टर्म है, अगे है अपने को Z ओवर A MN माइनस MH माइनस MH देन माइनस M ओवर A। हुण +1 कीता ते -1 कीता, -1 मैं इत्थे लिख लिया, इत्थे की आएगा +1। सो अगर मैं दोनों टर्म्स दे विचों माइनस बाहर लेना होवे, सो मान लो मैं इनू इदा ब्रैकेट च लिखना है, देन आ वाला साइन की हो जाएगा माइनस दा और अपने कोल की टर्म बन गई A वाली इनटू C स्क्वायर। लास्ट स्टेप अपना की रह गया हुण B ओवर A, अपने कोल आ गया MN -1 माइनस Z ओवर A MN माइनस MH माइनस, अगर आप इत्थे की है एलसीएम लवांगे नीचे कैपिटल A आएगा और ऊपर अपने को की बनेगा M माइनस A ओवर कैपिटल A विद इन ब्रैकेट नाल C स्क्वायर। सो लास्टली आप की करांगे इस टर्म नूं, केड़ी टर्म है M माइनस A ओवर कैपिटल A, इहदी जगह ते मैं लिखन जा रही हाँ स्मॉल f जिन्हों की आप बोलते हैं पैकिंग फ्रैक्शन। सो अपने को लास्ट एक्सप्रेशन बन गया MN -1
माइनस z ओवर a mn माइनस mh माइनस स्मॉल f इंटू c स्क्वायर, वेयर हुण स्मॉल f की वैल्यू तुसी आपे देख सकते हो कि स्मॉल f की वैल्यू की होएगी, दैट इज m माइनस a ओवर कैपिटल A, और इस टर्म ਨੂੰ ਆਪਾਂ ਕੀ ਬੋਲਦੇ ਹਾਂ, दैट इज कॉल्ड द पैकिंग फ्रैक्शन। सो ये की है m माइनस a ओवर कैपिटल A, दैट इज कॉल्ड पैकिंग फ्रैक्शन, और ਉਹਦਾ ਸਿੰਬਲ ਕੀ ਹੈ, स्मॉल f। सो पैकिंग फ्रैक्शन ਨੂੰ ਆਪਾਂ डिफाइन कितना कर सकते हैं, दैट इट इज इक्वल टू द मास एक्सेस पर न्यूक्लियन। पर न्यूक्लियन मीनस आप डिनोमीनेटर की लिखना है, मास नंबर लिखना है कि एक न्यूक्लियन के पिछे कितना मास एक्सेस है। सो मास एक्सेस कौन दस रहा है, m माइनस a। सो m की है, दैट इज द एटॉमिक मास ऑफ द एलिमेंट, एटॉमिक मास यूनिट्स दे विच a की है मास नंबर है। सो उन्हों का डिफरेंस दैट इज टेलिंग अस द मास एक्सेस बाय a का की मतलब है पर न्यूक्लियन। सो ये डेफिनेशन है एक टर्म दी, दैट इज द वेरी इंपॉर्टेंट फैक्टर जिन्हों आप बोलते हैं पैकिंग फ्रैक्शन। सो ये थोड़ी जी गल इस तो बाद भी करांगे। सो उन्हें मैं लिखा है स्मॉल f। सो लास्टली हुण की है फॉर अगर आप वैल्यू कैलकुलेट करनी होवे फॉर मॉडरेट न्यूक्लियर, मतलब फॉर अबाउट ले लो कि आप गल कर रहे हैं 40 टू 120 ਦੇ ਕਰੀਬ, मतलब ਜਿਹੜੇ ਇਹਦੇ ਵਿੱਚ ਲਾਈ ਕਰਦੇ ਹਨ ਨਿਊਕਲੀਆਈ, ਉਹਨਾਂ ਦੇ ਲਈ ਜਿਹੜੀ small f ਦੀ ਵੈਲਿਊ ਹੁੰਦੀ ਹੈ, that is 0.46। so small f is 0.46, sorry that is z over m। मैं वैल्यू लिखी है इत्थे z over m दी, small f दी इस तो बाद लिखांगी। so for moderate nuclei जिन्हां दे ਲਈ कैपिटल A की है 40 120 ਦੇ ਵਿੱਚ z over a ਦੀ एवरेज वैल्यू ਹੁੰਦੀ है 0.46। पैकिंग फ्रैक्शन अपना नेगेटिव ਹੁੰਦਾ है, that is -6 into 10 raised to power -4 एटॉमिक मास यूनिट्स ਦੇ ਵਿੱਚ पर न्यूक्लियन। सो अपने को z over a ਦੀ वैल्यू भी है, z over a ਦੀ वैल्यू भी है, स्मॉल f ਦੀ वैल्यू भी है, बाकी की है मास ऑफ न्यूट्रॉन, मास ऑफ हाइड्रोजन एटम, वो आप की है एज सच कांस्टेंट वैल्यूज पुट करन तो बाद अपने को जड़ा एंड ते रिजल्ट आएगा, दैट इज b over a। b over a दी अपने को जड़ी वैल्यू आंदी है, दैट इज अबाउट 8.5 यूनिट्स केड़े हैं, मेगा इलेक्ट्रॉन वोल्ट। सो एग्जाम दे विच भी तुहानूं सारियां वैल्यूज पुट करके शो करन दी जरूरत नहीं है, जस्ट आप एक्सप्रैशन उन्होंने दिखाता, अपने को b over a का ये एक्सप्रैशन आया है, और आप नाल वैल्यूज जरूर दस सकते हाँ कि फॉर मॉडरेट न्यूक्लियाई ए वैल्यूज होंदियां हन, इन्हों पुट करन ते अपने को जिहड़ी b over a की वैल्यू आई है, दैट इज 8.5 मेगा इलेक्ट्रॉन वोल्ट। सो दैट आर द एनर्जी यूनिट्स। सो b over a की वैल्यू का मतलब की है, b over a की होया बाइंडिंग एनर्जी होंदी है कैपिटल B, ओवर ए का की मतलब होया बाइंडिंग एनर्जी पर न्यूक्लियन। सो बाइंडिंग एनर्जी एक बहुत इंपॉर्टेंट टर्म है, बट नाल दी नाल एक होर टर्म आपने कोल की है इस एक्सप्रैशन च आ गई, दैट इज द एवरेज बाइंडिंग एनर्जी पर न्यूक्लियन, और उन्होंने आप किद्दां डिफाइन कर सकते हैं, दैट इज गिवन बाय या दैट इज इक्वल टू द बाइंडिंग एनर्जी पर न्यूक्लियन, मतलब जी टोटल बाइंडिंग एनर्जी है न्यूक्लियस दी, उन्होंने अगर आप डिवाइड कर लेने हाँ विद द मास नंबर ऑफ द न्यूक्लियस, दैन जी टर्म अपने को आती है उन्होंने आप की बोलते हैं एवरेज बाइंडिंग एनर्जी पर न्यूक्लियन। अदरवाइज इकल्ले कैपिटल B नूं आपां की बोलते हैं, दैट इज कॉल्ड द एवरेज बाइंडिंग एनर्जी इकल्ला। सो ये सी अपना एक्सप्रैशन एवरेज बाइंडिंग एनर्जी पर न्यूक्लियन की दे बराबर आ रहा है 8.5, मतलब जिहड़े न्यूक्लियाई इस रेंज विच लाई करते हैं उन्होंने सारिਆਂ ਦੇ ਲਈ तकरीबन अपनी बाइंडिंग एनर्जी पर न्यूक्लियन कितनी होंदी है 8.5 मेगा इलेक्ट्रॉन वोल्ट्स। ना आप एक वेरिएशन देखेंगे बाइंडिंग एनर्जी दी विद दैट ऑफ मास नंबर्स। सो आप हुणे एक्सप्रैशन देखिए, एक्सप्रैशन ऑफ बाइंडिंग एनर्जी एवरेज बाइंडिंग एनर्जी पर न्यूक्लियन। सो अपने को वैल्यू आई अबाउट 8.5 मेगा इलेक्ट्रॉन वोल्ट्स। सो फिर मैं क्या सी कि हुण आपां की है वेरिएशन देखांगे, वेरिएशन किस किस चीज़ दी, बाइंडिंग एनर्जी पर न्यूक्लियन एंड मास नंबर दी, मतलब जिवें जिवें मास नंबर चेंज होंदा है, मास नंबर दे वेरी होने दे नाल जिहड़ी बाइंडिंग एनर्जी पर न्यूक्लियन है वो किद्दां किद्दां चेंज हो रही है या उहदे च की वेरिएशन आ रही है। सो मैं इत्थे ग्राफ शो कीता है। सो पहले आपां देख लीए ग्राफ दे विच की ड्रॉ कीता है मैं। सो इत्थे हाइड्रोजन तो स्टार्ट होंदे हुए सो दे आइसोटोप शो कीते हैं मैं 2H1 3H1 दैन हीलियम लिथियम कार्बन नाइट्रोजन ऑक्सीजन। सो ये कितने हैं, ये सारे की हैं 0 to 25 ਦੀ रेंज ਦੇ ਵਿੱਚ शो ਕੀਤੇ ਹਨ, बिकॉज नीचे ਆਪਾਂ ਕੀ ਹੈ मास नंबर शो ਕੀਤਾ है। सो ये 50 है, सो ਇੱਥੇ ਕੀ ਹੋਏਗਾ 25। सो ਇਹਦੇ in between ही मैं ਕੀ ਹਨ ਇਹ ਸਾਰੀਆਂ ਪੀਕਸ शो ਕੀਤੀਆਂ ਹਨ। then ਉਸ ਤੋਂ ਬਾਅਦ सल्फर with मास नंबर 32
then Fe that is iron show ਕੀਤਾ ਹੈ, ਅੱਗੇ molybdenum up to so on। so end ਤੇ ਮੈਂ ਕੀ ਹੈ uranium 238। so ਇਹ ਸਾਰੇ ਮੈਂ plots ਲਏ ਹਨ ਕੁਝ ਐਲੀਮੈਂਟਸ ਦੇ ਲਈ। ਸੋ ਆਪਾਂ ਹੁਣ ਦੇਖੀਏ ਕਿ ਕਿੱਦਾਂ ਦਾ ਬਿਹੇਵੀਅਰ ਹੈ ਇਸ ਗ੍ਰਾਫ ਦਾ, ਮਤਲਬ ਕਿ ਬਾਈਂਡਿੰਗ એનર્ਜੀ ਕਿੱਦਾਂ ਵੇਰੀ ਕਰ ਰਹੀ ਹੈ। ਕਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ, ਜਿਵੇਂ ਕਿ ਮਾਸ ਨੰਬਰ ਚੇਂਜ ਹੋ ਰਿਹਾ ਹੈ। ਸੋ ਆਪਾਂ ਇਹਦਾ ਕੀ ਹੈ ਕੁਝ ਕਨਕਲੂਜਨ ਵੀ ਜਨਰਲੀ ਕਈ ਵਾਰ ਪੇਪਰ 'ਚ ਪੁੱਛਿਆ ਜਾਂਦਾ ਹੈ ਕਿ ਪਹਿਲੇ ਤਾਂ ਵੇਰੀਏਸ਼ਨ ਬਾਰੇ ਦੱਸਿਆ ਜਾਵੇ ਕਿ ਕਿੱਦਾਂ ਵੇਰੀ ਕਰ ਰਹੀ ਹੈ, ਦੈਨ ਉਹਦੇ ਤੋਂ ਆਪਾਂ ਕੀ ਕਨਕਲੂਜਨਸ ਡਰਾ ਕਰ ਸਕਦੇ ਹਾਂ, ਮਤਲਬ ਉਹਦੇ ਤੋਂ ਕੀ ਰਿਜ਼ਲਟਸ ਆਪਾਂ ਲੈ ਸਕਦੇ ਹਾਂ। ਸੋ ਪਹਿਲੇ ਇੱਥੋਂ ਸਟਾਰਟ ਹੁੰਦੇ ਹੋਏ, ਸੋ ਜਦੋਂ ਮਾਸ ਨੰਬਰ ਕੀ ਹੈ ਬਹੁਤ ਜ਼ਿਆਦਾ ਨਹੀਂ ਹੈ, ਦੈਟ ਮੀਨਸ ਫॉर ਲਾਈਟਰ ਨਿਊਕਲੀਆਈ, ਮਤਲਬ ਜਿਹੜੇ ਹਲਕੇ ਨਿਊਕਲੀਆਈ ਹਨ ਜਿਨ੍ਹਾਂ ਦੇ ਵਿੱਚ ਮਾਸ ਨੰਬਰ ਹਜੇ ਜ਼ਿਆਦਾ ਨਹੀਂ ਹੈ, ਫॉर ਅਬਾਊਟ 2 to 20 ਮੰਨ ਲਓ। ਸੋ ਇੱਥੇ ਕੀ ਹੈ ਬਿਕੋਜ਼ ਆਪਾਂ 2 ਤੋਂ ਸਟਾਰਟ ਕੀਤਾ ਹੈ, ਫॉर ਅਬਾਊਟ 2 to 20। ਸੋ ਇਹਦੇ ਇਨ ਬਿਟਵੀਨ ਸੋ ਜਿਹੜੇ ਸਾਰੇ ਪਲਾਟਸ ਹਨ ਮੈਂ ਇੱਥੇ ਸ਼ੋ ਕੀਤੇ ਹਨ। ਸੋ ਇੱਥੇ ਆਪਾਂ ਕੀ ਦੇਖ ਸਕਦੇ ਹਾਂ ਕਿ ਕੁਝ ਮੈਂ ਇੱਥੇ ਪੀਕਸ ਸ਼ੋ ਕੀਤੀਆਂ ਹਨ। ਸੋ ਪੀਕਸ ਕਿਹਦੇ ਕੋਰਸਪੋਂਡਿੰਗਲੀ, ਸੋ ਫਰਸਟ ਕੀ ਹੈ ਹੀਲੀਅਮ, then ਕਾਰਬਨ, then ਆਕਸੀਜਨ। ਸੋ ਇਹ ਪੀਕਸ ਦਾ ਇੱਥੇ ਕੀ ਮਤਲਬ ਹੈ। ਸੋ ਪਹਿਲੇ ਤਾਂ ਆਪਾਂ ਕੀ ਕਨਕਲੂਡ ਕਰਾਂਗੇ ਕਿ ਫॉर ਲਾਈਟਰ ਨਿਊਕਲੀਆਈ ਜਾਂ ਫਿਰ ਜਿਨ੍ਹਾਂ ਦੇ ਲਈ ਮਾਸ ਨੰਬਰ ਆਪਣਾ ਘੱਟ ਹੈ, ਉਹਦੇ ਲਈ ਜਿਹੜੀ ਆਪਣੀ ਬਾਈਂਡਿੰਗ એનર્ਜੀ ਹੈ ਪਰ ਨਿਊਕਲੀਓਨ ਉਹ ਵੀ ਕੀ ਹੈ ਘੱਟ ਹੈ। ਸੋ ਇੱਥੇ ਕੀ ਹਨ ਬਿਕੋਜ਼ ਆਪਣੇ ਕੋਲ ਇੱਥੇ ਬਹੁਤ ਘੱਟ ਵੈਲਿਊ ਹੈ, 2 ਤੋਂ ਵੀ ਘੱਟ ਹੈ, ਦੈਨ ਇੱਥੇ 4 6 मतलब 8 तो नीचे आ रही है ऑलमोस्ट। देन अपने को फॉर लाइटर न्यूक्लियाई जनरली जी बाइंडिंग एनर्जी पर न्यूक्लियन आ रही है दैट इज लो, मतलब बहुत ज़्यादा वैल्यू नहीं है। देन स्लोली की है और राइज हो रही है। देन ਜਿਹੜੀਆਂ ਮੈਂ ਪੀਕਸ ਸ਼ੋ ਕੀਤੀਆਂ ਹਨ, ਇਹ ਪੀਕਸ ਦਾ ਕੀ ਮਤਲਬ ਹੈ। ਪੀਕ ਦਾ ਮਤਲਬ ਕੀ ਹੈ ਕਿ ਜਿਹੜੀ ਪੀਕ ਨੂੰ ਉਹ ਐਲੀਮੈਂਟ, ਮਤਲਬ ਪੀਕ ਦੇ ਉੱਪਰ ਜਿਹੜਾ ਵੀ ਮੈਂ ਇੱਥੇ ਐਲੀਮੈਂਟ ਦਿਖਾਇਆ ਹੈ ਉਹ ਕੀ ਹੈ ਦੈਟ ਆਰ ਸਟੇਬਲ। ਮਤਲਬ ਪੀਕਸ ਸ਼ੋ ਕਰਨ ਦਾ ਕੀ ਮਤਲਬ ਹੈ ਆਸ-ਪਾਸ ਵਾਲਿਆਂ ਨਾਲੋਂ, ਮਤਲਬ ਜਿਹੜੇ ਨੇਬਰਹੁੱਡ ਵਿੱਚ ਪ੍ਰੈਜ਼ੈਂਟ ਹਨ ਉਹਨਾਂ ਨਾਲੋਂ ਜਿਹੜੇ ਇਹ ਮੈਂ ਇੱਥੇ ਸ਼ੋ ਕੀਤੇ ਹਨ ਨਿਊਕਲੀਆਈਡ ਸ਼ੋ ਕੀਤੇ ਹਨ ਦੇ ਆਰ ਮਚ ਮੋਰ ਸਟੇਬਲ। ਸੋ ਇਹ ਆਪਣਾ ਸੈਕਿੰਡ ਕਨਕਲੂਜਨ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਦੋਂ ਆਪਾਂ 25 ਤੋਂ ਅੱਗੇ ਵੱਲ ਚੱਲਾਂਗੇ, ਮਤਲਬ 20+, मतलब जो मास नंबर अपना की है 20 या 30 तो अगे जा रहा है, उस तो बाद किद्दां दी वेरिएशन आ रही है। उस तो बाद मैं इत्थे सल्फर प्लॉट कीता दैट इज विद मास नंबर 32। दैन अपने कोल इत्थे की है ये कुछ हाइट ते आंदा है, मीनस इस तरह। सो आपां नूं थोड़ा जिहा इस तरह टिल्टेड शो करांगे बिकॉज इत्थे जाके जिहड़ी वैल्यू हुंदी है बाइंडिंग एनर्जी पर न्यूक्लियन दी दैट इज मैक्सिमम। सो आपां जनरली हुणे एक्सप्रैशन कड्ढिया सी अपने कोल आम तौर ते कितना आंदा है वैल्यू 8.5 मेगा इलैक्ट्रॉन वोल्ट। सो 8.5 मतलब 8.5 ਦੇ ਆਸ-ਪਾਸ, ਇੱਥੇ 9 ਹੋਏਗਾ। ਸੋ ਇੱਥੇ ਇਨ ਬਿਟਵੀਨ, ਸੋ ਸਾਰੀਆਂ ਵੈਲਿਊਜ਼ ਇੱਥੇ ਕੀ ਹਨ ਉਹਦੇ ਆਸ-ਪਾਸ ਹੀ ਘੁੰਮ ਰਹੀਆਂ ਹਨ। ਅਗਰ ਆਪਾਂ ਸਾਰੀਆਂ ਦੇਖੀਏ 8.5 ਮੇਗਾ ਇਲੈਕਟ੍ਰੋਨ ਵੋਲਟ, ਔਰ ਸਾਰਿਆਂ ਦੇ ਵਿੱਚ ਜਿਹੜੀ ਮੈਕਸਿਮਮ ਵੈਲਿਊ ਹੈ ਕਿਹਦੀ ਹੁੰਦੀ ਹੈ ਦੈਟ ਇਜ਼ ਫॉर ਆਇਰਨ। ਸੋ ਇਹ ਕੀ ਹੈ, ਕਈ ਵਾਰ ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ ਕਿ ਕਿਹਦੇ ਲਈ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਹੈ ਦੈਟ ਇਜ਼ ਮੈਕਸਿਮਮ, ਔਰ ਇਹਦੀ ਵੈਲਿਊ ਕਿੰਨੀ ਹੁੰਦੀ ਹੈ ਦੈਟ ਇਜ਼ 8.8 मेगा इलैक्ट्रॉन वोल्ट। और बाकियां दे लिए आपां की कड्डी सी एवरेज वैल्यू कड्डी सी आस-पास किदे आस-पास 8.5 मेगा इलैक्ट्रॉन वोल्ट। और ग्राफ तो भी आपां नूं सीधा नज़र आ रहा है कि सारे ही की हन 8.5 दे आस-पास तकरीबन उत्थे ही हन। सो मैक्सिमम वैल्यू आपां नूं की है इहदी याद रखनी है। प्लस होर की याद रखना है ग्राफ दे विच जिहड़ियां पीक्स शो कीतियां हन, जिवें मैं इत्थे 3 पीक्स शो कीतियां, फर्स्ट इज हीलियम, कार्बन, ऑक्सीजन। सो इसी अपनी द एग्जाम्पल जिहदे विच की है बाइंडिंग एनर्जी पर न्यूक्लियन की है मैक्सिमम है। मैक्सिमम तो बाद की है फिर तो थोड़ी घटनी शुरू हो रही है। सो घटते हुए एंड तक यूरेनियम तो मैं इत्थे शो किया है। यूरेनियम दे लई फॉर अबाउट इट इज 7.6 या 7.7 हुंदी है। सो 7.6 मेगा इलैक्ट्रॉन वोल्ट। सो एक ही है वेरीएशन जिमें मास नंबर वध रहा है अपना, जिमें मास नंबर वध रहा है मतलब आप लाइटर एलीमेंट्स तो हैवीयर एलीमेंट्स के वाल जा रहे हाँ, उहदे नाल जिहड़ी बाइंडिंग एनर्जी पर न्यूक्लियन है उहदे विच की चेंजेस आ रहे सी। हुण इत्थे जिवें मैं कहा कि इत्थे की है ऑलमोस्ट सेम रह रही है, बट एंड ते जिमें आप हैवीयर एलीमेंट्स वाल जा रहे हाँ उत्थे जाके जिहड़ी अपनी एनर्जी है बाइंडिंग एनर्जी वो क्यों घट रही है। सो इहदे लई आप ये रीजन दे सकते हाँ कि जिमें आप हैवीयर एलीमेंट्स वाल मूव कर रहे हाँ, जिहड़ा न्यूक्लियस है ਉਹਦੇ ਜਿਹੜੇ ਪ੍ਰੋਟੋਨਸ ਹਨ ਉਹ ਕੀ ਹਨ ਜ਼ਿਆਦਾ ਹੁੰਦੇ ਜਾ ਰਹੇ ਹਨ। ਸੋ ਬਿਕੋਜ਼ ਪ੍ਰੋਟੋਨਸ ਆਰ ਪੋਜ਼ਿਟਿਵਲੀ ਚਾਰਜਡ ਸਾਰੇ ਹੀ, ਬਿਕੋਜ਼ ਨਿਊਟਰॉन्स ਵੀ ਹਨ, ਬਸ ਨਿਊਟਰॉन्स ਕੀ ਹਨ ਦੇ ਆਰ ਨਿਊਟਰਲ ਪਾਰਟੀਕਲਸ, ਉਹਨਾਂ ਤੇ ਕੋਈ ਚਾਰਜ ਨਹੀਂ ਹੈ। ਪ੍ਰੋਟੋਨਸ ਕੀ ਹਨ ਦੇ ਆਲ ਆਰ ਪੋਜ਼ਿਟਿਵਲੀ ਚਾਰਜਡ। ਸੋ ਜਿੰਨੇ ਜ਼ਿਆਦਾ ਪ੍ਰੋਟੋਨਸ ਉੱਤੇ ਇਕੱਠੇ ਹੁੰਦੇ ਜਾਣਗੇ ਉਨੀ ਹੀ ਜ਼ਿਆਦਾ ਉਹਨਾਂ 'ਚ ਕੀ ਹੈ ਰਿਪਲਸ਼ਨ ਹੁੰਦੀ ਜਾਏਗੀ। ਸੋ ਉਹਨਾਂ ਨੂੰ ਅਲੱਗ ਕਰਨ ਦੇ ਲਈ ਕੀ ਹੈ ਜਿਹੜੀ ਬਾਈਂਡਿੰਗ એનર્ਜੀ ਜਾਂ ਕਹਿ ਲਓ ਅਲੱਗ ਕਰਨ ਦੇ ਲਈ ਜਿਹੜਾ ਵਰਕ ਡਨ ਕਰਨਾ ਪਏਗਾ ਉਹ ਘੱਟ ਹੋਏਗਾ।
ਐਂਡ ਫॉर ਸੇਮ ਰੀਜ਼ਨ ਜਿਹੜੀ ਬਾਈਂਡਿੰਗ એનર્ਜੀ ਵੀ ਹੋਏਗੀ, ਜਿਹੜੀ ਉਹਨਾਂ ਨੂੰ ਬਾਈਂਡ ਕਰਕੇ ਰੱਖ ਰਹੀ ਹੈ, ਉਹ ਵੀ ਕੀ ਹੋਏਗੀ, ਘੱਟ ਹੋਏਗੀ। ਸੋ ਦੈਟ ਇਜ਼ ਵਾਈ ਜਿਵੇਂ ਜਿਵੇਂ ਆਪਾਂ ਅੱਗੇ ਹੈਵੀ ਐਲੀਮੈਂਟਸ ਵੱਲ ਮੂਵ ਕਰਦੇ ਜਾਂਦੇ ਹਾਂ, ਜਿਹੜੀ ਆਪਣੇ ਕੋਲ ਬਾਈਂਡਿੰਗ એનર્ਜੀ ਹੈ ਉਹ ਡਿਕਰੀਜ਼ ਹੁੰਦੀ ਜਾਂਦੀ ਹੈ। ਸੋ ਦੀ ਐਗਜ਼ਾਮਪਲ ਮੈਂ ਕੀ ਦਿੱਤੀ ਹੈ, ਯੂਰੇਨੀਅਮ, ਜਿਹਦੇ ਲਈ ਆਪਣੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਕੀ ਹੁੰਦੀ ਹੈ, 7.6 ਮੈਗਾ ਇਲੈਕਟ੍ਰੋਨ ਵੋਲਟ। ਸੋ ਜਦੋਂ ਵੀ ਆਪਾਂ ਇੱਕ ਗ੍ਰਾਫ ਡਰਾ ਕਰਾਂਗੇ ਜਾਂ ਪੇਪਰ 'ਚ ਆਪਾਂ ਨੂੰ ਪੁੱਛਿਆ ਜਾਏਗਾ, ਨਾਲ ਦੀ ਨਾਲ ਆਪਾਂ ਨੂੰ ਕੀ ਹਨ, ਕਨਕਲੂਜਨਸ ਵੀ ਦੇਣੇ ਪੈਣਗੇ ਕਿ ਇਹਦੇ ਤੋਂ ਆਪਾਂ ਕੀ ਕਨਕਲੂਡ ਕਰ ਰਹੇ ਹਾਂ। ਦੈਨ ਇਸ ਤੋਂ ਬਾਅਦ ਇਹਦੀ ਇੱਕ ਇੰਪੋਰਟੈਂਸ ਹੈ। ਸੋ ਜਿਹੜਾ ਮੈਂ ਗ੍ਰਾਫ ਡਰਾ ਕੀਤਾ ਹੈ, ਇਹਦੇ ਬਾਰੇ ਕਈ ਵਾਰ ਇੰਪੋਰਟੈਂਸ ਵੀ ਪੁੱਛ ਲਈ ਜਾਂਦੀ ਹੈ ਕਿ ਇਸ ਗ੍ਰਾਫ ਦੀ ਕੀ ਇੰਪੋਰਟੈਂਸ ਹੈ। ਸੋ ਇਹਦੇ ਤੋਂ ਜਿਹੜੇ ਆਪਾਂ ਕਨਕਲੂਜਨ ਬਣਾਏ ਹਨ, ਉਹਦੇ ਤੋਂ ਆਪਾਂ ਕੀ ਰਿਜ਼ਲਟ ਕੱਢਿਆ। ਸੋ ਅਗਰ ਆਪਾਂ ਧਿਆਨ ਨਾਲ ਦੇਖੀਏ ਕਿ ਜਿਹੜੀ ਇਨ ਬਿਟਵੀਨ ਰੇਂਜ ਹੈ, ਮਤਲਬ ਅਬਾਊਟ 30 to 120 ਅਗਰ ਲੈ ਲਈਏ, ਸੋ ਇਨ ਬਿਟਵੀਨ ਜਿਹੜੀ ਰੇਂਜ ਹੈ, ਇੱਥੇ ਕੀ ਹੈ, ਜਿਹੜੀ ਆਪਣੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਹੈ ਆਲਮੋਸਟ ਬਰਾਬਰ ਜੀ ਹੈ, ਮਤਲਬ 8.5 ਦੇ ਆਸ-ਪਾਸ ਹੈ। ਸੋ ਉਸ ਤੋਂ ਅੱਗੇ ਦੇਖੀਏ, ਉੱਥੇ ਵੀ ਘੱਟ ਹੈ। ਉਸ ਤੋਂ ਪਿੱਛੇ ਚਲੇ ਜਾਈਏ, ਮਤਲਬ 20 ਤੋਂ ਪਿੱਛੇ ਚਲੇ ਜਾਈਏ, ਫਿਰ ਵੀ ਕੀ ਹੈ, ਆਪਣੀ ਡਾਊਨਫਾਲ ਆ ਰਹੀ ਹੈ, ਮਤਲਬ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਆਪਣੀ ਘਟ ਰਹੀ ਹੈ। ਸੋ ਜਦੋਂ ਆਪਾਂ ਮੂਵ ਕਰ ਰਹੇ ਹਾਂ ਫਰੋਮ ਦ ਰੀਜਨ ਆਫ ਹੈਵੀਅਰ ਐਲੀਮੈਂਟਸ ਟੂ ਦ ਇਨਰ ਰੀਜਨ, ਇੱਥੇ ਕੀ ਹੋ ਰਿਹਾ ਹੈ, ਦੇਅਰ ਇਜ਼ ਗੇਨ ਇਨ ਦ ਬਾਈਂਡਿੰਗ એનર્ਜੀ। ਇੱਥੇ ਘੱਟ ਹੈ, ਇੱਧਰ ਵੱਲ ਆਵਾਂਗੇ ਮਿਡਲ ਰੀਜਨ 'ਚ, ਇੱਥੇ ਕੀ ਹੋਏਗੀ, ਦੇਅਰ ਇਜ਼ ਗੇਨ ਇਨ ਦ ਬਾਈਂਡਿੰਗ એનર્ਜੀ। ਦੈਨ ਡਿਊ ਟੂ ਦੈਟ ਉੱਥੇ ਕੀ ਹੋਏਗਾ, ਦੇਅਰ ਵਿਲ ਬੀ ਰਿਲੀਜ਼ ਆਫ એનર્ਜੀ। ਸੋ ਹੁਣ ਜਦ ਹੈਵੀਅਰ ਐਲੀਮੈਂਟਸ ਤੋਂ ਆਪਾਂ ਇੱਧਰ ਵੱਲ ਆਉਣਾ ਹੈ, ਮਤਲਬ ਹੈਵੀਅਰ ਐਲੀਮੈਂਟਸ ਛੋਟੇ ਐਲੀਮੈਂਟਸ ਕਦੋਂ ਕਨਵਰਟ ਹੋ ਸਕਦੇ ਹਨ, ਜਦੋਂ ਉਹਨਾਂ ਦੀ ਕੀ ਹੋਏਗੀ, ਫ੍ਰੈਗਮੈਂਟੇਸ਼ਨ, ਜਾਂ ਸਿੱਧੀ ਜੀ ਭਾਸ਼ਾ ਦੇ ਵਿੱਚ ਜਦੋਂ ਟੁੱਟਣਗੇ ਔਰ ਟੁੱਟ ਕੇ ਦੋ ਜਾਂ ਦੋ ਤੋਂ ਜ਼ਿਆਦਾ ਫ੍ਰੈਗਮੈਂਟਸ ਦੇ ਵਿੱਚ ਕੀ ਹਨ, ਉਹ ਬਿਖਰ ਜਾਣਗੇ। ਸੋ ਦੈਟ ਪ੍ਰੋਸੈਸ ਇਜ਼ ਕਾਲਡ ਫਿਜ਼ਨ। ਸੋ ਆਪਾਂ ਅੱਗੇ ਵੀ ਇਹ ਚੀਜ਼ ਪੜ੍ਹਨੀ ਹੈ, ਜਾਂ ਨਿਊਕਲੀਅਰ ਫਿਜ਼ਨ ਵੀ ਬੋਲ ਦਿੱਤਾ ਜਾਂਦਾ ਹੈ, ਕਿ ਜਿਹੜੇ ਹੈਵੀਅਰ ਐਲੀਮੈਂਟਸ ਹਨ ਉਹ ਜਦੋਂ ਇਸ ਰੀਜਨ ਵੱਲ ਆਉਣਗੇ, ਸੋ ਉਹਨਾਂ ਦੇ ਕੀ ਹੋਣਗੇ, ਫ੍ਰੈਗਮੈਂਟਸ ਹੋਣਗੇ, ਬਟ ਫ੍ਰੈਗਮੈਂਟਸ ਬਣਨ ਦੇ ਨਾਲ ਨਾਲ ਦੇਅਰ ਵਿਲ ਬੀ ਰਿਲੀਜ਼ ਆਫ એનર્ਜੀ। ਰਿਲੀਜ਼ ਆਫ એનર્ਜੀ ਕਿਉਂ, ਬਿਕੋਜ਼ ਇੱਥੇ ਜਿਹੜੀ ਬਾਈਂਡਿੰਗ એનર્ਜੀ ਹੈ ਦੈਟ ਇਜ਼ ਲੋ, ਬਟ ਇਸ ਰੀਜਨ ਤੱਕ ਆਉਣ ਦੇ ਲਈ ਕੀ ਹੈ, ਜਿਹੜੀ ਬਾਈਂਡਿੰਗ એનર્ਜੀ ਹੋਏਗੀ ਨਿਊਕਲੀਅਸ ਦੀ, ਉਹ ਵੱਧ ਰਹੀ ਹੈ। ਸੋ ਇਨ ਦੈਟ ਕੇਸ ਕੁਝ એનર્ਜੀ ਰਿਲੀਜ਼ ਹੋਏਗੀ। ਸੋ ਇਹ ਜਿਹੜੀ ਚੀਜ਼ ਸੀ ਨਿਊਕਲੀਅਰ ਫਿਜ਼ਨ, ਇਹ ਬਾਅਦ ਦੇ ਵਿੱਚ ਡਿਸਕਵਰ ਕੀਤੀ ਗਈ। ਸੋ ਇਹਦੀ ਇੰਪੋਰਟੈਂਸ ਇਹ ਹੈ ਕਿ ਇੱਥੋਂ ਆਪਾਂ ਨੂੰ ਥੋੜਾ ਆਈਡੀਆ ਮਿਲ ਗਿਆ ਕਿ ਨਿਊਕਲੀਅਰ ਫਿਊਜ਼ਨ ਦੇ ਆਰ ਪੋਸੀਬਲ, ਬਟ ਉਹਦੇ ਨਾਲ ਕੀ ਹੈ, ਦੇਅਰ ਇਜ਼ ਸਮ ਰਿਲੀਜ਼ ਆਫ એનર્ਜੀ, ਮਤਲਬ ਨਾਲ ਦੀ ਨਾਲ ਕੁਝ એનર્ਜੀ ਵੀ ਰਿਲੀਜ਼ ਹੁੰਦੀ ਹੈ। ਪਲੱਸ ਇੱਕ ਚੀਜ਼ ਹੋਰ, ਜਿਹੜਾ ਐਲੀਮੈਂਟ ਹੁੰਦਾ ਹੈ ਅਨਸਟੇਬਲ ਸਟੇਟ ਤੋਂ ਸਟੇਬਲ ਸਟੇਟ 'ਚ ਚਲਿਆ ਜਾਂਦਾ ਹੈ, ਬਿਕੋਜ਼ ਬਾਈਂਡਿੰਗ એનર્ਜੀ ਜ਼ਿਆਦਾ ਹੋਣ ਦਾ ਮਤਲਬ ਇਹੀ ਹੈ ਕਿ ਉਹ ਜ਼ਿਆਦਾ ਸਟੇਬਲ ਹੋਏਗਾ। ਸੋ ਦੈਟ ਇਜ਼ ਦ ਇੰਪੋਰਟੈਂਟ ਥਿੰਗ ਜਿਹੜੀ ਆਪਾਂ ਇੱਥੇ ਜ਼ਰੂਰ ਮੈਂਸ਼ਨ ਕਰਾਂਗੇ, ਕਿ ਜਦੋਂ ਇਹ ਟ੍ਰਾਂਜੀਸ਼ਨ ਹੋ ਰਹੀ ਹੈ ਹੈਵੀਅਰ ਐਲੀਮੈਂਟ ਤੋਂ ਮਿਡਲ ਰੀਜਨ 'ਚ ਆ ਰਿਹਾ ਹੈ, ਇੱਕ ਤਾਂ ਰਿਲੀਜ਼ ਆਫ એનર્ਜੀ ਹੋਏਗੀ, that process is called nuclear fission। ਜਦੋਂ ਵੱਡਾ ਐਲੀਮੈਂਟ ਕੀ ਹੈ, ਛੋਟੇ ਛੋਟੇ ਪਾਰਟਸ ਡਿਵਾਈਡ ਹੋ ਗਿਆ, ਨਾਲ ਦੀ ਨਾਲ ਜਿਹੜਾ ਉਹ ਸੀ ਆਪਣੇ ਕੋਲ ਵੱਡਾ ਐਲੀਮੈਂਟ ਸੀ, ਛੋਟੇ 'ਚ ਕਨਵਰਟ ਹੋਣ ਤੋਂ ਬਾਅਦ ਉਹ ਕੀ ਹੋ ਗਿਆ, ਸਟੇਬਲ ਹੋ ਗਿਆ। ਸਿਮਿਲਰਲੀ ਆਪਾਂ ਇਹ ਵਾਲਾ ਪਾਰਟ ਵੀ ਐਕਸਪਲੇਨ ਕਰ ਸਕਦੇ ਹਾਂ। ਆਪਣੇ ਕੋਲ ਇੱਥੇ ਕੀ ਹਨ, ਲਾਈਟਰ ਐਲੀਮੈਂਟਸ। ਸੋ ਲਾਈਟਰ ਐਲੀਮੈਂਟਸ ਜਦੋਂ ਆਪਾਂ ਮੂਵ ਕਰਾਂਗੇ ਫਰੋਮ ਦਿਸ ਰੀਜਨ ਟੂ ਦ ਮਿਡਲ ਰੀਜਨ, ਇੱਥੇ ਵੀ ਕੀ ਹੈ, ਬਾਈਂਡਿੰਗ એનર્ਜੀ ਇਜ਼ ਲੋ, ਮਿਡਲ ਰੀਜਨ ਵੱਲ ਜਾਂਦੇ ਹੋਏ ਬਾਈਂਡਿੰਗ એનર્ਜੀ ਕੀ ਹੋ ਰਹੀ ਹੈ, ਵੱਧ ਰਹੀ ਹੈ। ਸੋ ਦੇਅਰ ਇਜ਼ ਗੇਨ ਇਨ ਦ ਬਾਈਂਡਿੰਗ એનર્ਜੀ, ਅਗੇਨ ਦੇਅਰ ਵਿਲ ਬੀ ਰਿਲੀਜ਼ ਆਫ એનર્ਜੀ, ਬਟ ਇਨ ਦਿਸ ਕੇਸ ਜਿਹੜੇ ਲਾਈਟਰ ਐਲੀਮੈਂਟਸ ਹੋਣਗੇ, ਲਾਈਟਰ ਨਿਊਕਲੀਆਈ ਹੋਣਗੇ, ਦੇ ਵਿਲ ਫਿਊਜ਼ ਟੂਗੇਦਰ। ਫਿਊਜ਼ ਮਤਲਬ ਆਪਸ ਵਿੱਚ ਇਕੱਠੇ ਹੋਣਗੇ, ਮਿਲ ਕੇ ਕੀ ਹਨ, ਇੱਕ ਵੱਡਾ ਨਿਊਕਲੀਅਸ ਬਣਾਉਣਗੇ। ਸੋ ਇਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਨਿਊਕਲੀਅਰ ਫਿਊਜ਼ਨ। ਸੋ ਦੈਟ ਇਜ਼ ਡਿਫਰੈਂਟ ਟਰਮ, ਨਿਊਕਲੀਅਰ ਫਿਊਜ਼ਨ ਮੀਨਸ ਛੋਟੇ ਐਲੀਮੈਂਟਸ, ਛੋਟੇ ਨਿਊਕਲੀਆਈਡਸ ਜਿਹੜੇ ਸੀਗੇ ਜੁੜੇ, ਵੱਡਾ ਨਿਊਕਲੀਅਸ ਬਣਾਇਆ, ਨਾਲ ਰਿਲੀਜ਼ ਆਫ એનર્ਜੀ ਹੋਈ, ਬਿਕੋਜ਼ ਦੇਅਰ ਇਜ਼ ਗੇਨ ਇਨ ਦ ਬਾਈਂਡਿੰਗ એનર્ਜੀ। ਐਂਡ ਆਲਸੋ ਜਦੋਂ ਆਪਾਂ ਇੱਧਰ ਵੱਲ ਸ਼ਿਫਟ ਹੋ ਰਹੇ ਹਾਂ, ਇਸ ਰੀਜਨ 'ਚ ਪਹੁੰਚਾਂਗੇ, ਜਿਹੜੇ ਉਹ ਨਿਊਕਲੀਆਈਡਸ ਹੋਣਗੇ, ਮਤਲਬ ਜਿਹੜਾ ਵੱਡਾ ਨਿਊਕਲੀਅਸ ਬਣਿਆ ਹੈ, ਦੈਟ ਵਿਲ ਬੀ ਮਚ ਮੋਰ ਸਟੇਬਲ, ਕਿੰਨਾ ਨਾਲੋਂ ਜਿਹੜੇ ਆਪਣੇ ਕੋਲ ਕੀ ਸੀ ਪਹਿਲੇ ਵਾਰੇ, ਲਾਈਟਰ ਨਿਊਕਲੀਅਰ। ਮਤਲਬ ਇੱਥੇ ਕੀ ਹਨ, ਹੈਵੀਅਰ ਨਿਊਕਲੀਅਸ ਐਂਡ ਲਾਈਟਰ ਨਿਊਕਲੀਅਸ, they may give rise to nuclear fission and nuclear fusion, but क्यों, because उन्होंने की है stable होना है। so to gain stability nuclear fission ਤੇ nuclear fusion ਨੂੰ ਆਪਾਂ ਕੀ ਹੈ ਇਸ graph ਦੇ through explain ਕਰ ਸਕਦੇ ਹਾਂ, ਔਰ ਨਾਲ ਦੀ ਨਾਲ ਇਹ ਵੀ ਦੇ ਸਕਦੇ ਹਾਂ ਕਿ ਆਪਾਂ ਨੂੰ ਇੱਥੋਂ ਇੱਕ ਆਈਡੀਆ ਮਿਲਿਆ ਕਿ during nuclear fission and nuclear fusion release of energy ਕਿਉਂ ਹੁੰਦੀ ਹੈ। so that is very important thing, ਔਰ ਪੇਪਰ ਦੇ ਵਿੱਚ ਐਕਸਪ੍ਰੈਸ਼ਨ ਆਉਂਦਾ ਹੈ, ਨਾਲ ਦੀ ਨਾਲ ਇਹ ਵੀ ਪੁੱਛਿਆ ਜਾਂਦਾ ਹੈ ਕਿ ਟੂ ਡਰਾ ਦ ਵੇਰੀਏਸ਼ਨ ਔਰ ਇਹਦੀ ਇੰਪੋਰਟੈਂਸ ਕੀ ਹੈ। ਦੈਨ ਇਸ ਤੋਂ ਬਾਅਦ ਇੱਕ ਹੋਰ ਛੋਟੀ ਜੀ ਚੀਜ਼ ਕਰਾਂਗੇ, ਡੈਫੀਨੇਸ਼ਨ ਹੈ ਪੈਕਿੰਗ ਫ੍ਰੈਕਸ਼ਨ ਦੀ।
सो नैक्सट अपना जो छोटा जिहा पार्ट एक रहिंदा है दैट इज़ पैकिंग फ्रैक्शन। सो पैकिंग फ्रैक्शन मैं पहला भी डिफाइन कर चुकी हाँ जब आप एक्सप्रैशन कर रहे सी एक्सप्रैशन ऑफ एवरेज बाइंडिंग एनर्जी पर न्यूक्लियॉन। सो ਉਹਦੇ ਵਿੱਚ ਆਪਣੇ ਕੋਲ ਆਇਆ ਸੀ m माइनस a, अपने को एक टर्म आई सी m माइनस a ओवर a। सो इनू मैं लिखा सी इज इक्वल टू स्मॉल f और मैं क्या सी दिस इज कॉल्ड पैकिंग फ्रैक्शन। और नाल दे नाल मैं डिफाइन भी कीता सी कि व्हाट इज पैकिंग फ्रैक्शन। पैकिंग फ्रैक्शन इज डिफाइंड एज द मास एक्सेस। सो एक ही चीज़ है ये अपन दस रही है मास एक्सेस बारे। सो इट इज डिफाइंड एज द मास एक्सेस पर न्यूक्लियॉन। पर न्यूक्लियॉन पर न्यूक्लियॉन मीनस ਆਪਾਂ ਇਹਨੂੰ डिवाइड करना है ਉਹਦੇ न्यूक्लियस दे मास नंबर दे नाल। सो एक ही है पूरी डेफिनेशन है ऑफ द पैकिंग फ्रैक्शन। सो पैकिंग फ्रैक्शन इज डिफाइंड एज द मास एक्सेस पर न्यूक्लियॉन, मतलब एक न्यूक्लियॉन पिछे कितना मास एक्सेस प्रेजेंट है, कितना मास डिफरेंस प्रेजेंट है। सो दैट इज पैकिंग फ्रैक्शन। वेयर m ते a की हन a बारे तो आपको पता है दैट इज द मास नंबर और मास नंबर की है एक होल नंबर होता है। सो पॉइंट्स दे विच नहीं हुंदी एदी वैल्यू। वेयर एज कैपिटल M की है दैट इज the actual weight या actual mass of the element atomic mass units ਦੇ ਵਿੱਚ। so capital M ਕੀ ਹੈ that is the actual mass of the element in AMU means atomic mass units। सो ਜ਼ਰੂਰੀ ਨਹੀਂ ਹੈ ਕਿ ਜਿਹੜਾ कैपिटल M ਹੋਏਗਾ ਉਹ ਆਪਣੇ ਕੋਲ ਪੁਆਇੰਟਸ ਦੇ ਵਿੱਚ ਹੋਲ ਨੰਬਰ ਹੋਵੇ। ਸੋ ਇਟ ਮੇ ਬੀ ਇਨ ਪੁਆਇੰਟਸ ਆਲਸੋ, ਉਹਦੀ ਵੈਲਿਊ ਪੁਆਇੰਟਸ ਵਿੱਚ ਵੀ ਹੋ ਸਕਦੀ ਹੈ। ਸੋ ਇੱਥੋਂ ਆਪਾਂ ਨੂੰ ਜਿਹੜੀ ਚੀਜ਼ ਮਿਲਦੀ ਹੈ दैट इज कॉल्ड ਪੈਕਿੰਗ ਫ੍ਰੈਕਸ਼ਨ। ਪੈਕਿੰਗ ਫ੍ਰੈਕਸ਼ਨ ਨੂੰ ਅਗਰ ਆਪਾਂ ਪਲਾਟ ਕਰੀਏ विद रिस्पैक्ट टू मास नंबर A, सो ਉਹਨੂੰ मैं ਇੱਥੇ ਆਲਰੇਡੀ ਇੱਥੇ ਡਰਾ ਕਰਕੇ ਦਿਖਾਇਆ ਹੈ। ਇੱਧਰ ਆਪਾਂ ਲੈ ਰਹੇ ਹਾਂ ਪੈਕਿੰਗ ਫ੍ਰੈਕਸ਼ਨ और नीचे x एक्सिस ਤੇ ਕੀ ਹੈ ਮਾਸ ਨੰबर। ਦੈਨ ਇੱਥੇ ਕੀ ਹੈ ਮੈਂ ਇੱਕ 0 ਵਾਲੀ ਲਾਈਨ ਸ਼ੋ ਕੀਤੀ ਹੈ ਵੇਅਰ ਪੈਕਿੰਗ ਫ੍ਰੈਕਸ਼ਨ ਦੀ ਵੈਲਿਊ 0 ਹੈ। ਉਸ ਤੋਂ ਨੀਚੇ ਕੀ ਹਨ ਨੈਗੇਟਿਵ ਵੈਲਿਊਜ਼ ਹਨ ਜਿਵੇਂ ਕਿ ਮੈਂ -10 ਸ਼ੋ ਕੀਤਾ ਹੈ, ਉੱਪਰ ਕੀ ਹਨ ਸਾਰੀਆਂ ਪੋਜ਼ਿਟਿਵ ਵੈਲਿਊਜ਼। ਸੋ ਆਪਣੇ ਕੋਲ ਵੇਰੀਏਸ਼ਨ ਕੁਝ ਇਸ ਤਰ੍ਹਾਂ ਦੀ ਆਉਂਦੀ ਹੈ, ਮਤਲਬ 20 ਤੋਂ ਪਿੱਛੇ 0 to 20 ਮਾਸ ਨੰਬਰ ਦੇ ਵਿੱਚ ਆਪਣੇ ਕੋਲ ਕੀ ਹੈ ਇਹ ਸਾਰੀਆਂ ਵੈਲਿਊਜ਼ मीनस सारिया वैल्यूज पैकिंग फ्रैक्शन दियाँ पॉजिटिव हैं। सो 0 to 20 या फिर कह लो कि जो A इज लेस दैन 20 पैकिंग फ्रैक्शन अपने कोल की आ रहा है पॉजिटिव। देन एट वन पॉइंट इस पॉइंट के ऊपर जाके दैट कॉरिस्पॉन्ड्स टू द केस ऑफ ऑक्सीजन। फॉर ऑक्सीजन पैकिंग फ्रैक्शन इज 0। सो जिथे ग्राफ की है कट कर रहा है 0 वाली लाइन नू दैट इज कॉरिस्पॉन्डिंग टू विच एलिमेंट ऑक्सीजन। सो इहदे लई अपना पैकिंग फ्रैक्शन की हुंदा है 0। दैन उसनू क्रॉस करन तो बाद नैक्सट जिहड़ियां वैल्यूज हैं जो आपां 20 नू क्रॉस मतलब 20 तो अगे की गल करिए दैन अपनी जिहड़ी पैकिंग फ्रैक्शन की वैल्यू है वो की है नैगेटिव हो जाती है। जिवें कि 0 तो नीचे आई नैगेटिव हो गई। सो F की वैल्यू नैगेटिव बन गई और काफ़ी अगे तक जाके मतलब फॉर हायर वैल्यूज ऑफ कैपिटल A फॉर हायर वैल्यूज ऑफ मास नंबर नेगेटिव ही रहती है और ऑलमोस्ट की है बराबर जी रहती है अप टिल एक पॉइंट तक जाके फॉर अबाउट 180 के करीब दोबारा तो की है पैकिंग फ्रैक्शन एक बार फिर तो 0 होंदा है एंड अगेन उस तो बाद फिर की है उसकी वैल्यू पॉजिटिव होनी शुरू हो जाती है। सो हुण इत्थे एक चीज़ अपने दिमाग च आती है कि पॉजिटिव नैगेटिव का की मतलब है। नैगेटिव पैकिंग फ्रैक्शन मीनस कि ये चीज़ अपने कोल की है नैगेटिव आ रही है। सो M माइनस A की वैल्यू की है नैगेटिव आ रही है। सो मीनस अपने कोल जिहड़ा एक्चुअल मास ऑफ एलिमेंट है वो की है घट आ रहा है विद रिस्पैक्ट टू द नियरेस्ट होल नंबर। ये कोई होल नंबर है। सो कैपिटल M की है एक्चुअल मास। सो एक्चुअल मास की है थोड़ा जिहा घट है किसी नियरेस्ट होल नंबर तो। सो इहदा की मतलब है कि जो वो न्यूक्लियस बनिया उस टाइम कुछ मास की है कन्वर्ट हो गया इनटू सम एनर्जी। सो दैट इज वाई जो मास है एक घट आ रहा है। सो M माइनस A नैगेटिव होने का की मतलब है ड्यूरिंग द फॉर्मेशन ऑफ दैट न्यूक्लियस कुछ मास कन्वर्ट हो गया इनटू सम अमाउंट ऑफ एनर्जी। सो दैट इज वाई अपने को जो पैकिंग फ्रैक्शन है वो नैगेटिव आ रहा है। और एक चीज़ होर अगर आप इतों देखिए कि जो भी अपना पैकिंग फ्रैक्शन नैगेटिव होएगा इट इंप्लाइज कि जो न्यूक्लियस है दैट इज़ वेरी मच स्टेबल। नैगेटिव पैकिंग फ्रैक्शन का मतलब है स्टेबिलिटी बिकॉज उस केस दे विच आपां नूं बहुत ज़्यादा मोर ऑफ द एनर्जी देनी पेगी या मोर ऑफ द वर्क डन करना पेगा वो न्यूक्लियॉन्स नूं बाहर कड्ढण दे लई टू इनफाइनाइट डिस्टेंस तक लेके जाने के लिए। बट जो अपने को पैकिंग फ्रैक्शन पॉजिटिव है इट मीनस कि जो न्यूक्लियस है दैट इज़ नॉट दैट मच स्टेबल। सो आप ग्राफ तो भी यही चीज़ देख पा रहे हैं कि बिटवीन दिस रीजन जिहड़े सारे अपने को एलीमेंट्स आउणगे वो सारे की होणगे उन्हां दा पैकिंग फ्रैक्शन नैगेटिव है
ਉਹ ਸਾਰੇ ਕੀ ਹੁੰਦੇ ਆਰ ਹਾਈਲੀ ਸਟੇਬਲ, ਔਰ ਜਿਹੜੇ 20 ਤੋਂ ਨੀਚੇ ਔਰ 180 ਤੋਂ ਅਬਵ lighter and heavier elements, they are not that much stable. So ये की है, that is the importance for the sign of packing fraction. मतलब negative है तो stable, positive है तो less stable या फिर non stable. So ये अपनी discussion सी about the packing fraction. So ये भी की है एक बहुत important term है. नेक्स्ट इस तो बाद जो अपना टॉपिक होएगा वो अपन अगले लेक्चर स्टार्ट करांगे, दैट इज रेडियो एक्टिविटी. सो अज अपना काम इत्थे ही बंद करते हैं. अज दे लिए फिलहाल इन्ना ही. थैंक यू.